ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਕਿ ਜਦ ਵੀ ਆਪਾਂ ਕੋਈ ਵੀ ਰੀਪਰੋਡਕਟਿਵ ਪ੍ਰੋਸੀਜਰ ਕਰਾਉਂਦੇ ਆ, ਜਿਵੇਂ ਟੈਸਟ ਟਿਊਬ ਬੇਬੀ ਕਰਾਉਂਦੇ ਆ, ਇਕਸੀ ਕਰਾਉਂਦੇ ਆ, ਤੇ ਉਹਦੇ ਬਾਰੇ ਕੀ ਮਿਥਸ ਹੈ, ਕੀ ਵਹਿਮ ਭਰਮ ਬਹੁਤ ਸਾਰੇ ਪੇਸ਼ੈਂਟਸ ਦੇ ਮਨ ਵਿੱਚ ਹੁੰਦੇ ਆ ਤੇ ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਆ ਜਿਹਦੇ ਡਰ ਦੇ ਕਾਰਨ ਉਹ ਟ੍ਰੀਟਮੈਂਟ ਕਰਾਉਣ ਤੋਂ ਵੀ ਡਰਦੇ ਆ। ਸੋ ਸਭ ਤੋਂ ਪਹਿਲਾਂ ਇਹ ਇੱਕ ਵਹਿਮ ਹੁੰਦਾ ਹੈ ਕਿ ਸਾਡੀ ਤਬੀਅਤ ਬਹੁਤ ਖਰਾਬ ਹੋ ਜਾਏਗੀ, ਸਾਨੂੰ ਕੋਈ ਪ੍ਰੋਬਲਮ ਆ ਜਾਏਗੀ, ਸਾਨੂੰ ਬੈੱਡ ਰੈਸਟ ਨਾ ਕਰਨਾ ਪਏ। ਸੋ ਜਿਹੜਾ ਵੀ ਜਦ ਵੀ ਆਪਾਂ ਪ੍ਰੋਸੀਜਰ ਸ਼ੁਰੂ ਕਰਦੇ ਆ, ਪੇਸ਼ੈਂਟ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਦੇ ਮਨ ਵਿੱਚ ਇਹ ਵਹਿਮ ਤੇ ਭਰਮ ਨਹੀਂ ਹੋਣੇ ਚਾਹੀਦੇ। ਸੋ ਜੋ ਵੀ ਪ੍ਰੋਸੀਜਰ ਸ਼ੁਰੂ ਹੁੰਦਾ ਹੈ, ਇੱਕ ਵਹਿਮ ਪੇਸ਼ੈਂਟ ਨੂੰ ਆਉਂਦਾ ਹੈ ਕਿ ਇਹ ਜਿਹੜਾ ਟ੍ਰੀਟਮੈਂਟ ਹੈ ਸਾਡੀ ਬੋਡੀ ਨੂੰ ਨੁਕਸਾਨ ਨਾ ਕਰਦੇ, ਸਾਡਾ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਤਕਲੀਫ ਨਾ ਲੱਗ ਜਾਏ। ਪਰ ਅੱਜ ਕੱਲ ਜਿਵੇਂ ਕਿ ਮਿਨੀਮਲ ਸਟਿਮੂਲੇਸ਼ਨ ਪ੍ਰੋਟੋਕੋਲਸ ਆਂਦੀ ਹੈ, ਜਿਹੜੀ ਕਿ ਹੁਣ ART ਬਿੱਲ ਵਿੱਚ ਵੀ ਆ ਗਈ ਹੈ ਕਿ ਜਿੰਨੇ ਵੀ ਆਪਾਂ ਅੰਡੇ ਬਣਾਉਂਦੇ ਆ ਉਹ ਹਿਸਾਬ ਨਾਲ ਬਣਾਏ ਜਾਂਦੇ ਆ ਤੇ ਪੇਸ਼ੈਂਟ ਨੂੰ ਕੋਈ ਕੰਪਲਿਕੇਸ਼ਨ ਉਹਦੇ ਨਾਲ ਆਉਣ ਦੇ ਬਹੁਤ ਮਿਨੀਮਲ ਚਾਂਸਸ ਰਹਿੰਦੇ ਆ। ਦੂਜਾ ਜਿਹੜਾ ਵਹਿਮ ਆਉਂਦਾ ਹੈ ਪੇਸ਼ੈਂਟ ਦੇ ਮਨ ਦੇ ਵਿੱਚ ਕਿ ਜਦੋਂ ਐਮਬ੍ਰੀਓ ਟ੍ਰਾਂਸਫਰ ਕਰਾ ਲੈਂਦੇ ਆ, ਜਦੋਂ ਭਰੂਣ ਰਖਵਾ ਲੈਂਦੇ ਆ ਬੱਚੇਦਾਨੀ ਦੇ ਅੰਦਰ, ਤੇ ਉਹਨਾਂ ਨੂੰ ਬਿਲਕੁਲ ਬੈੱਡ ਰੈਸਟ ਕਰਨਾ ਪੈਂਦਾ ਹੈ। ਇਹ ਬਿਲਕੁਲ ਮਨ ਦੇ ਵਿੱਚ ਵਹਿਮ ਹੈ ਕਿ ਉਹਨਾਂ ਨੂੰ ਬੈੱਡ ਰੈਸਟ ਕਰਨਾ ਪਏਗਾ ਤੇ ਉਹ ਕੋਈ ਕੰਮ ਨਹੀਂ ਕਰ ਸਕਦੇ। ਕੋਈ ਲੇਡੀ ਜੌਬ ਕਰ ਰਹੀ ਹੈ ਤਾਂ ਉਹਨੂੰ ਜੌਬ ਛੱਡਣੀ ਪਏਗੀ, ਇਹੋ ਜੀ ਕੋਈ ਗੱਲ ਨਹੀਂ ਹੈ। ਸਿਰਫ ਉਹਨਾਂ ਨੇ ਹੈਵੀ ਵਰਕ ਵਗੈਰਾ ਅਵੋਇਡ ਕਰਨਾ ਹੈ, ਕਿਉਂਕਿ ਜਦ ਵੀ ਬੇਬੀ ਹੋਏਗਾ ਉਹ ਬਹੁਤ ਪ੍ਰੈਸ਼ੀਅਸ ਪ੍ਰੈਗਨੈਂਸੀ ਹੋਏਗੀ, ਬਹੁਤ ਸਾਲਾਂ ਬਾਅਦ ਹੋਏਗਾ ਤਾਂ ਪੇਸ਼ੈਂਟ ਨੂੰ ਮਾੜਾ ਮੋਟਾ ਧਿਆਨ ਰੱਖਣਾ ਪੈਂਦਾ ਹੈ। ਸੋ ਇਹ ਬਿਲਕੁਲ ਗਲਤ ਧਾਰਨਾ ਹੈ ਮਨ ਵਿੱਚ ਕਿ ਬਿਲਕੁਲ ਬੈੱਡ ਤੇ ਸਿੱਧੇ ਪੈ ਜਾਣਾ ਹੈ ਕਿ ਨਹੀਂ ਤਾਂ ਬੱਚਾ ਬਾਹਰ ਆ ਜਾਊਗਾ। ਜਿਹੜਾ ਟਾਈਮ ਲੱਗਦਾ ਹੈ ਅੰਡੇ ਦਾ ਬੱਚੇਦਾਨੀ ਵਿੱਚ ਭਰੂਣ ਨੂੰ ਸਟੇਬਲ ਹੋਣ ਵਾਸਤੇ, ਉਹ 20 ਤੋਂ 25 ਮਿੰਟ ਹੁੰਦੇ ਆ ਮੈਕਸਿਮਮ। ਸੋ ਉਸ ਤੋਂ ਬਾਅਦ ਪੇਸ਼ੈਂਟ ਨੂੰ ਕੋਈ ਬੈੱਡ ਰੈਸਟ ਦੀ ਲੋੜ ਨਹੀਂ ਹੁੰਦੀ। ਸੋ ਦੂਜਾ ਜਿਹੜਾ ਵਹਿਮ ਆਉਂਦਾ ਹੈ ਪੇਸ਼ੈਂਟ ਦੇ ਮਨ ਵਿੱਚ, ਹਮੇਸ਼ਾ ਪੇਸ਼ੈਂਟ ਨੂੰ ਟੈਨਸ਼ਨ ਰਹਿੰਦੀ ਹੈ ਕਿ ਮੇਰਾ ਹੋਏਗਾ ਨਹੀਂ ਹੋਏਗਾ, ਬਲਕਿ ਜਦੋਂ ਪੇਸ਼ੈਂਟ ਬੈੱਡ ਰੈਸਟ ਕਰਦਾ ਹੈ ਤੇ ਉਹਦੇ ਵਿੱਚ ਉਹ ਸਾਰਾ ਟਾਈਮ ਉਹੀ ਚੀਜ਼ ਸੋਚਦਾ ਰਹਿੰਦਾ ਹੈ ਕਿ ਮੇਰੀ ਪ੍ਰੈਗਨੈਂਸੀ ਹੋਏਗੀ ਕਿ ਨਹੀਂ ਹੋਏਗੀ। ਸੋ ਹਮੇਸ਼ਾ ਅਸੀਂ ਪੇਸ਼ੈਂਟ ਨੂੰ ਐਡਵਾਈਸ ਕਰਦੇ ਆ, ਕਾਉਂਸਲ ਕਰਦੇ ਆ ਕਿ ਕੋਈ ਸਟ੍ਰਿਕਟ ਬੈੱਡ ਰੈਸਟ ਦੀ ਲੋੜ ਨਹੀਂ ਹੈ ਪੇਸ਼ੈਂਟ ਨੂੰ ਇਸ ਪ੍ਰੋਸੀਜਰ ਕਰਾਉਣ ਤੋਂ ਬਾਅਦ। ਸੈਕਿੰਡ ਜਿਹੜਾ ਵਹਿਮ ਪੇਸ਼ੈਂਟ ਦੇ ਮਨ ਵਿੱਚ ਆਉਂਦਾ ਹੈ ਕਿ ਜਿਹੜਾ ਟੈਸਟ ਟਿਊਬ ਬੇਬੀ ਦੇ ਨਾਲ ਪ੍ਰੈਗਨੈਂਸੀ ਹੁੰਦੀ ਹੈ ਕਿ ਉਹ ਨੋਰਮਲ ਬੱਚਾ ਹੋਏਗਾ। ਉਹਨਾਂ ਦੇ ਮਨ ਵਿੱਚ ਵਹਿਮ ਹੁੰਦਾ ਹੈ ਕਿ ਉਹ ਬੇਬੀ ਪਤਾ ਨਹੀਂ ਕਿਹੋ ਜਿਹਾ ਹੋਏਗਾ, ਕਿ ਟੈਸਟ ਟਿਊਬ ਬੇਬੀ ਤੇ ਨਾਰਮਲ ਬੇਬੀ ਵਿੱਚ ਬਹੁਤ ਫਰਕ ਹੁੰਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਜਿਹੜੀ ਵੀ ਜਦ ਲੇਡੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ, ਉਹ ਬੇਬੀ ਜਿਹੜਾ ਹੈ ਬਿਲਕੁਲ ਨਾਰਮਲ ਪ੍ਰੈਗਨੈਂਸੀ ਵਾਂਗੂ ਹੁੰਦਾ ਹੈ। ਮਤਲਬ ਕਹਿਣ ਦਾ ਭਾਵ ਕਿ ਉਸ ਬੇਬੀ ਵਿੱਚ ਜਿਵੇਂ ਕਿ ਇੱਕ ਨੋਰਮਲ ਪ੍ਰੈਗਨੈਂਸੀ ਇੰਟਰਕੋਰਸ ਆਪਸ ਵਿੱਚ ਜਿਹੜੇ ਮਿਲ ਕੇ ਕਰਦੇ ਆ, ਬੇਬੀ ਨੋਰਮਲ ਵੇ ਦੇ ਨਾਲ ਹੁੰਦਾ, ਉਹੋ ਜਿਹਾ ਹੀ ਬੇਬੀ ਹੁੰਦਾ, ਕੋਈ ਡਿਫਰੈਂਸ ਨਹੀਂ ਹੁੰਦਾ ਬੇਬੀ ਦੇ ਵਿੱਚ। ਉਸ ਤੋਂ ਬਾਅਦ ਪੇਸ਼ੈਂਟ ਨੂੰ ਇੱਕ ਬਹੁਤ ਬੜਾ ਵਹਿਮ ਹੁੰਦਾ ਹੈ ਕਿ ਪਤਾ ਨਹੀਂ ਜਿਹੜਾ ਆਪਾਂ ਟੈਸਟ ਟਿਊਬ ਬੇਬੀ ਕਰਾਵਾਂਗੇ ਉਹ ਬੱਚਾ ਕਿਸੇ ਹੋਰ ਦਾ ਤਾਂ ਨਹੀਂ ਹੋਏਗਾ, ਉਹ ਸਾਡਾ ਹੈ, ਜਾਂ ਜਿਹੜਾ ਕੋਈ ਹੈ ਪਤਾ ਨਹੀਂ ਕੀ ਹੋ ਜਾਏਗਾ ਸਾਡੇ ਨਾਲ। ਨਹੀਂ, ਇੰਜ ਨਹੀਂ ਹੁੰਦਾ। ਪੇਸ਼ੈਂਟ ਜਦ ਹੁੰਦਾ ਉਹਦਾ ਸਿਰਫ ਜਿਹੜਾ ਕੰਮ ਉਹ ਟਿਊਬ ਵਿੱਚ ਹੋਣਾ ਹੁੰਦਾ ਹੈ, ਉਹ ਅਸੀਂ ਇੱਕ IVF ਲੈਬੋਰੇਟਰੀ ਵਿੱਚ ਕਰਦੇ ਆ, ਹੋਰ ਕੋਈ ਡਿਫਰੈਂਸ ਨਹੀਂ ਹੁੰਦਾ ਇਸ ਪ੍ਰੋਸੀਜਰ ਦੇ ਵਿੱਚ। ਉਸ ਤੋਂ ਬਾਅਦ ਪੇਸ਼ੈਂਟ ਨੂੰ ਵਹਿਮ ਹੁੰਦਾ ਹੈ ਕਿ ਜਿਹੜਾ ਮੇਰੀ ਹੁਣ ਪ੍ਰੈਗਨੈਂਸੀ ਹੋ ਗਈ ਤੇ ਮੈਨੂੰ ਪਤਾ ਨਹੀਂ ਕਿ ਮੇਰੀ ਨੋਰਮਲ ਡਿਲੀਵਰੀ ਹੋਏਗੀ, ਕਿ ਮੇਰੀ ਐਬਨੋਰਮਲ ਡਿਲੀਵਰੀ, ਕਿ ਸਿਜ਼ੇਰੀਅਨ ਹੋਏਗਾ, ਕਿ ਕੁਝ ਹੋ ਤਾਂ ਨਹੀਂ ਜਾਏਗਾ। ਨਹੀਂ, ਜਿਹੜੀ IVF ਦੇ ਨਾਲ ਪ੍ਰੈਗਨੈਂਸੀ ਹੁੰਦੀ ਹੈ ਉਹ ਨੋਰਮਲ ਪ੍ਰੈਗਨੈਂਸੀ ਵਾਂਗੂ ਚੱਲਦੀ ਹੈ। ਅਗਰ ਕੋਈ ਕੰਪਲਿਕੇਸ਼ਨ ਨੋਰਮਲ ਪ੍ਰੈਗਨੈਂਸੀ ਵਿੱਚ ਵੀ ਆ ਸਕਦੀ ਹੈ ਤੇ ਉਹ ਟੈਸਟ ਟਿਊਬ ਬੇਬੀ ਜਾਂ ਕੋਈ ਵੀ ਪ੍ਰੋਸੀਜਰ ਦੇ ਨਾਲ ਵੀ ਆ ਸਕਦੀ ਹੈ। ਸੋ ਇਹ ਜਿਹੜੇ ਵਹਿਮ ਹੈ ਪੇਸ਼ੈਂਟ ਦੇ ਮਨ ਵਿੱਚ ਨਹੀਂ ਆਣੇ ਚਾਹੀਦੇ। ਫਿਰ ਪੇਸ਼ੈਂਟ ਨੂੰ ਹੁੰਦਾ ਹੈ ਪਤਾ ਨਹੀਂ ਮੇਰੀ ਹੈਲਥ ਨੂੰ ਕੀ ਹੋ ਜਾਏਗਾ, ਮੈਨੂੰ ਕੋਈ ਹੋਰ ਪ੍ਰੋਬਲਮਸ, ਹੋਰ ਬਿਮਾਰੀ ਤਕਲੀਫ ਤਾਂ ਨਹੀਂ ਲੱਗ ਜਾਏਗੀ ਕਿ ਮੈਨੂੰ ਕੋਈ ਦਵਾਈ ਖਾਣੀ ਪਏਗੀ ਜਾਂ ਕੀ ਹੋ ਜਾਏਗਾ। ਇਸ ਡਰ ਦੇ ਕਾਰਨ ਬਹੁਤ ਸਾਰੇ ਪੇਸ਼ੈਂਟਸ ਹੈ ਜਿਹੜੇ ਉਹ ਟ੍ਰੀਟਮੈਂਟ ਕਰਾਉਣ ਤੋਂ ਜੱਕਦੇ ਹੈ। ਪੇਸ਼ੈਂਟ ਆਪਣਾ ਕਹਿੰਦੇ ਕਿ ਨਹੀਂ ਅਸੀਂ ਬੱਚਾ ਨਹੀਂ ਲਵਾਂਗੇ, ਕਿ ਇੰਨਾ ਕੁਝ ਕਰਨਾ ਪਏਗਾ, ਸਾਨੂੰ ਸਭ ਕੁਝ ਕਰਨਾ ਪਏਗਾ। ਇਹੋ ਜੀ ਕੋਈ ਗੱਲ ਨਹੀਂ। ਫਿਰ ਪੇਸ਼ੈਂਟ, ਬਹੁਤ ਸਾਰੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੇ ਮਨ ਵਿੱਚ ਆਉਂਦਾ ਹੈ ਕਿ ਸਾਡੇ ਹੁਣ ਹਸਬੈਂਡ ਤੇ ਬਾਹਰ ਰਹਿੰਦੇ ਆ, ਪਤਾ ਨਹੀਂ ਉਹ ਕਿੰਨੀ ਵਾਰ ਉਹਨਾਂ ਨੂੰ ਸੱਦਣਾ ਪਏਗਾ, ਉਹਨਾਂ ਨੂੰ ਜੌਬ ਛੋੜਨੀ ਪਏਗੀ, ਉੱਥੋਂ ਫਿਰ ਆ ਕੇ ਵੀਰਜ ਦੇਣਾ ਪਏਗਾ ਤੇ ਕਿੰਨੇ ਚੱਕਰ ਲੱਗਣਗੇ। ਇਹਦੇ ਵਿੱਚ ਕੁਝ ਨਹੀਂ ਹੁੰਦਾ। ਹਸਬੈਂਡ ਸਿਰਫ ਇੱਕੋ ਵਾਰ ਆ ਕੇ ਆਪਣਾ ਸੀਮਨ ਤੇ ਕੰਸੈਂਟ ਵਗੈਰਾ ਦੇ ਕੇ ਜਾ ਸਕਦਾ ਹੈ। ਈਵਨ ਕਿ ਲੇਡੀਜ਼ ਦੇ ਨੂੰ ਵੀ ਬਹੁਤ ਬਾਰ-ਬਾਰ ਚੱਕਰ ਨਹੀਂ ਲਗਾਣੇ ਪੈਂਦੇ।
ਸੋ ਜਿਹੜੇ ਆ ਵਹਿਮ ਹੈ ਭਰਮ ਹੈ ਪੇਸ਼ੈਂਟ ਦੇ ਅੰਦਰ, ਇਹ ਨਹੀਂ ਹੋਣੇ ਚਾਹੀਦੇ, ਬਲਕਿ ਇੱਕ ਹਸਬੈਂਡ ਵਾਈਫ ਨੂੰ ਕਾਉਂਸਲ ਕਰਨਾ ਚਾਹੀਦਾ ਹੈ ਨਾਲ, ਜਿਵੇਂ ਉਹਨਾਂ ਦੇ ਰਿਲੇਟਿਵਸ ਵੀ ਹੈ, ਈਵਨ ਡਾਕਟਰਸ ਵੀ ਹੈ ਜਿਹੜੇ ਕਾਉਂਸਲਿੰਗ ਕਰਦੇ ਆ ਸਾਰੇ, ਜਿਵੇਂ ਕਿ ਸਾਡੇ ਪ੍ਰੋਪਰ ਕਾਉਂਸਲਰਸ ਹੁੰਦੇ ਆ, ਪੇਸ਼ੈਂਟ ਨੂੰ ਹਰ ਵਿਜ਼ਿਟ ਤੇ ਸਮਝਾਉਂਦੇ ਆ ਕਿ ਤੁਸੀਂ ਰਿਲੈਕਸਡ ਰਹੋ, ਜਿੰਨਾ ਆਪਾਂ ਰਿਲੈਕਸਡ ਰਵਾਂਗੇ ਉਹਨੇ ਬੋਡੀ ਵਿੱਚ ਬਹੁਤ ਚੰਗੇ ਹਾਰਮੋਨਸ ਪ੍ਰੋਡਿਊਸ ਹੁੰਦੇ ਆ, ਜਿਹੜੇ ਹਾਰਮੋਨਸ ਹੈਲਪ ਕਰਦੇ ਆ ਪ੍ਰੈਗਨੈਂਸੀ ਵਿੱਚ। ਪੇਸ਼ੈਂਟ ਨੂੰ ਐਡਵਾਈਸ ਕੀਤਾ ਜਾਂਦਾ ਹੈ ਕਿ ਉਹ ਮੈਡੀਟੇਸ਼ਨ ਕਰੇ, ਕੋਈ ਸਟ੍ਰੈਸ ਵਗੈਰਾ ਨਹੀਂ ਲਏ, ਕਿ ਸਿੰਪਲ ਇੱਕ ਆਪਾਂ ਨੇ ਪ੍ਰੋਸੀਜਰ ਕਰਾਇਆ ਜਿਹੜਾ ਕਿ ਨੇਚਰ ਨਹੀਂ ਕਰ ਸਕਦੀ ਸੀ, ਉਹ ਇੱਕ IVF ਲੈਬੋਰੇਟਰੀ ਵਿੱਚ ਭਰੂਣ ਤਿਆਰ ਕੀਤਾ ਗਿਆ ਤੇ ਉਹ ਭਰੂਣ ਜਿਹੜਾ ਹੈ ਬੱਚੇਦਾਨੀ ਦੇ ਅੰਦਰ ਰੱਖਿਆ ਜਾਂਦਾ ਹੈ। ਸੋ ਇਹਨਾਂ ਕੋਈ ਡਿਫਰੈਂਸ ਹੁੰਦਾ ਹੈ। ਬਾਕੀ ਜਿਵੇਂ ਸਿੰਪਲ ਪ੍ਰੋਸੀਜਰਸ ਹੈ ਜਿਹਨੂੰ ਆਪਾਂ IUI ਵਗੈਰਾ ਕਹਿੰਦੇ ਆ, ਉਹ ਬਿਲਕੁਲ ਪੇਨਲੈਸ ਪ੍ਰੋਸੀਜਰ ਹੈ। ਉਹਦੇ ਵਿੱਚ ਪੇਸ਼ੈਂਟ ਨੂੰ ਕੋਈ ਪ੍ਰੀਕਾਸ਼ਨਸ ਵਗੈਰਾ, ਜਿਵੇਂ ਕਿ ਪੇਸ਼ੈਂਟ ਕਹਿੰਦਾ ਕਿ ਮੈਂ ਬੈੱਡ ਰੈਸਟ ਕਰਾਂ ਜਾਂ ਮੈਂ ਆਪਣੀ ਜੌਬ ਛੱਡਦਾ ਜਾਂ ਮੈਂ ਸੀੜੀਆਂ ਨਾ ਚੜਾ, ਉਹ ਵੀ ਕਰਨ ਦੀ ਲੋੜ ਨਹੀਂ ਹੁੰਦੀ ਪੇਸ਼ੈਂਟ ਨੂੰ। ਦੂਸਰਾ, ਪੇਸ਼ੈਂਟ ਦੇ ਵਿੱਚ ਹਮੇਸ਼ਾ ਮਨ ਵਿੱਚ ਆਉਂਦਾ ਹੈ ਕਿ ਪਤਾ ਨਹੀਂ ਮੈਨੂੰ ਕਿੰਨੀ ਦਰਦ ਹੋਏਗੀ। ਹਾਏ, ਬਹੁਤ ਸਾਰੇ ਪੇਸ਼ੈਂਟਸ ਡਰਦੇ ਹੈ ਕਿ ਅਸੀਂ ਐਮਬ੍ਰੀਓ ਟ੍ਰਾਂਸਫਰ ਕਰਾਉਣਾ ਹੈ, ਹੁਣ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਏਗਾ, ਉਹ ਘਬਰਾ ਜਾਂਦੇ ਹੈ। ਬਟ ਐਮਬ੍ਰੀਓ ਟ੍ਰਾਂਸਫਰ ਜਦ ਅਸੀਂ ਬੱਚੇਦਾਨੀ ਵਿੱਚ ਬੱਚਾ ਰੱਖਦੇ ਆ, ਬਿਲਕੁਲ ਪੇਨਲੈਸ ਪ੍ਰੋਸੀਜਰ ਹੁੰਦਾ ਹੈ। ਮੈਕਸਿਮਮ ਤੋਂ ਮੈਕਸਿਮਮ 1 ਮਿੰਟ ਦੇ ਵਿੱਚ ਐਮਬ੍ਰੀਓ ਲੋਡ ਕਰਕੇ ਜਿਹੜਾ ਭਰੂਣ ਵਿਗਿਆਨਿਕ ਹੈ ਜਿਹੜੀ ਉਹ ਡਾਕਟਰ ਨੂੰ ਦਿੰਦਾ ਹੈ ਤੇ ਡਾਕਟਰ ਬੱਚੇਦਾਨੀ ਵਿੱਚ ਰੱਖਦਾ ਹੈ ਤੇ ਪਤਾ ਵੀ ਨਹੀਂ ਲੱਗਦਾ ਕਿ ਐਮਬ੍ਰੀਓ ਟ੍ਰਾਂਸਫਰ ਹੋ ਗਿਆ। ਜਦ ਆਂਦੀ ਹੈ ਗੱਲ ਅੰਡੇ ਕੱਢਣ ਦੀ, ਤੇ ਅੰਡੇ ਬੇਹੋਸ਼ੀ ਵਿੱਚ ਕੱਢੇ ਜਾਂਦੇ ਆ, ਉਹਦੇ ਵਾਸਤੇ ਆਪਾਂ ਪੇਸ਼ੈਂਟ ਨੂੰ ਮਾਈਲਡ ਸੈਡੇਸ਼ਨ ਦਿੰਦੇ ਆ, ਜੋ ਕਿ ਮੈਕਸਿਮਮ ਟੂ ਮੈਕਸਿਮਮ 10 to 15 ਮਿੰਟਸ ਦਾ ਪ੍ਰੋਸੀਜਰ ਹੁੰਦਾ ਹੈ ਤੇ ਪੇਸ਼ੈਂਟ ਨੂੰ ਕੋਈ ਵੀ ਪੇਨ ਨਹੀਂ ਫੀਲ ਹੁੰਦੀ। ਸੋ ਇਹ ਜਿਹੜੇ ਹੈ ਵਹਿਮ ਹੈ ਭਰਮ ਹੈ ਪੇਸ਼ੈਂਟਸ ਨੂੰ ਮੈਂ ਹਮੇਸ਼ਾ ਸਲਾਹ ਦਿੰਦੀ ਆ ਕਿ ਇਹ ਨਹੀਂ ਰੱਖਣੇ ਚਾਹੀਦੇ ਦਿਮਾਗ ਦੇ ਵਿੱਚ, ਡਾਕਟਰ ਨਾਲ ਪ੍ਰੋਪਰ ਗੱਲ ਕਰਨੀ ਚਾਹੀਦੀ ਹੈ। ਐਂਡ ਵਿੱਚ ਇੱਕੋ ਹੀ ਸਲਾਹ ਦੇਣਾ ਚਾਹਾਂਗੀ ਕਿ ਲੋਕੀ ਆ ਗਲਤ ਧਾਰਨਾ ਹੈ ਜਿਹੜੀ ਮਨ ਤੋਂ ਉਹ ਕੱਢ ਦੇਣ, ਚੰਗਾ ਇਲਾਜ ਚੰਗੇ ਟਾਈਮ ਤੇ ਕਰਾ ਲੈਣ, ਡਰਨ ਨਾ, ਇਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ।